संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। करो बराबर जो प्रिया संग राती, ए होमे कीटी ठाई। ब्रह्म ਗਿਆਨੀ ਦੀ ਪ੍ਰਾਪਤੀ ਹੋਈ ਤਾਂ ਮਨੁੱਖ ਤੋਂ ਮਹਾਂਪੁਰਖ ਦੀ ਪਦਵੀ ਪਾਈ। ਉਸ ਉਪਰੰਤ ਉਸ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਦੁਨੀਆਦਾਰਾਂ ਦਾ ਭਲਾ ਕੀਤਾ ਤਾਂ ਪ੍ਰਵਾਨ ਹੈ। ਪਰ ਜੇ ਬਖਸ਼ਿਸ਼ ਦੀ ਖੈਰ ਨਾਲ ਝੋਲੀ ਭਰ ਕੇ ਬਖਸ਼ਿੰਦ ਨਾਲ ਦਗਾ ਕਮਾਇਆ, ਉਸ ਦੀ ਬਰਾਬਰੀ ਕੀਤੀ ਤਾਂ ਹਸਰ ਹੋਇਆ ਰਾਵਣ ਹਰਨਾਕਸ ਮਨਸੂਰ ਵਰਗਾ। ਹਉਮੈ ਦੀ ਜ਼ਹਿਰ ਖਾਣ ਤੋਂ ਬਚ ਚਰਨ ਧੂੜ ਹੀ ਫੱਕਦਾ ਰਿਹਾ ਤਾਂ ਮੁਰਸ਼ਿਦ ਦਿਆਲੂ ਹੈ। ਭਾਂਡਾ ਵੱਡਾ ਕਰਦੇ ਜਾਓ ਵਸਤੂ ਲੈਣ ਲਈ, ਬਰਾਬਰੀ ਕੀਤੀ ਤਾਂ ਅੱਡੇ ਹੱਥਾਂ ਨੂੰ ਅੰਮ੍ਰਿਤ ਦੀ ਥਾਂ ਵਿਸ਼ ਮਿਲੇਗਾ। ਦੁਨਿਆਵੀ ਮਨੁੱਖ ਸੂਝਵਾਨ ਕਿੰਨਾ ਵੀ ਅਖਵਾਏ ਪਰ ਮਹਾਂਪੁਰਖਾਂ ਦੀ ਬਰਾਬਰੀ ਨਹੀਂ ਕਰ ਸਕਦਾ। ਪੂਰਨ ਮਹਾਂਪੁਰਖ ਨੂੰ ਪਲਕਾਂ ਚੁੱਕ ਕੇ ਵੀ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਫਕੀਰ ਦਾ ਦਰਜਾ ਰਾਜੇ ਤੋਂ ਉੱਚਾ ਦਰਸਾਇਆ ਹੈ। ਮਹਾਰਾਜਾ ਨਾਭੇ ਵਾਲਾ ਹੀਰਾ ਸਿੰਘ ਕੁਝ ਸਮੇਂ ਲਈ ਸੰਤ ਧੰਨਾ ਸਿੰਘ ਜੀ ਨੂੰ ਮਿਲਿਆ। ਸੰਤ ਜੀ ਸੰਸਕ੍ਰਿਤ ਆਦਿ ਗ੍ਰੰਥ ਦੇ ਕਾਫੀ ਵਿਦਵਾਨ ਸਨ। ਬਾਬਾ ਜੀ ਤੋਂ ਆਤਮਿਕ ਸ਼ਕਤੀ ਸਦਕਾ ਵੀ ਵਰਸਾਏ ਹੋਏ ਸਨ। ਉਹਨਾਂ ਨੂੰ ਮਿਲਣ ਤੋਂ ਬਾਅਦ ਰਾਜੇ ਨੇ ਨਿਸ਼ਚਾ ਕੀਤਾ ਕਿ ਇਹਨਾਂ ਦੇ ਗੁਰੂਆਂ ਨੂੰ ਮਿਲਿਆ ਜਾਵੇ। ਬਾਬਾ ਜੀ ਦੇ ਦਰਸ਼ਨ ਕਰਨ ਲਈ ਭੁੱਚੋ ਪਹੁੰਚਿਆ। ਹਾਥੀ ਦੀ ਸਵਾਰੀ ਨਾਲ ਲਸ਼ਕਰ ਅਹਿਲਕਾਰ ਆਦਿ ਸ਼ਾਹੀ ਢੰਗ ਤਰੀਕੇ ਨਾਲ ਰਾਜਾ ਪਹੁੰਚਿਆ। ਹਾਥੀ ਉੱਤੇ ਸਵਾਰ ਹੀ ਆਗਿਆ ਮੰਗਣ ਲੱਗਾ। ਮਹਾਰਾਜ ਸੰਤ ਸੇਵੀ ਸੁਭਾਅ ਦਾ ਆਦਮੀ ਸੀ। ਮਹਾਂਪੁਰਖਾਂ ਦੀ ਸੇਵਾ ਕਰਦਾ ਸੀ। ਇੱਕ ਵਾਰ ਹਰਿਦੁਆਰ ਗੰਗਾ ਤੇ ਸੰਤ ਈਸਰ ਸਿੰਘ ਜੀ ਵਿਰਕਤ ਦੋਧਰ ਵਾਲਿਆਂ ਨੂੰ ਲੱਖ ਰੁਪਏ ਮੱਥਾ ਟੇਕਿਆ। ਉਹਨਾਂ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨਾ ਮੰਨੇ ਤਾਂ ਰਾਜੇ ਨੇ ਕਿਹਾ, ਮੇਰੇ ਵਰਗਾ ਦਾਨੀ ਨਹੀਂ ਮਿਲਣਾ। ਸੰਤਾਂ ਬਚਨ ਕੀਤਾ, ਸਾਡੇ ਵਰਗਾ ਤਿਆਗੀ ਨਹੀਂ ਮਿਲਣਾ। ਬਹੁਤ ਸਾਧ ਮੰਗਦੇ ਫਿਰਦੇ ਹਨ। ਇਸ ਤਰ੍ਹਾਂ ਦੇ ਕਈ ਬਚਨ ਹਨ। ਇਹਨਾਂ ਦੁਆਰਾ ਦਿੱਤਾ ਦਾਨ ਮਹਾਂਪੁਰਖਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਰਾਜ ਭਾਗ ਲੈ ਕੇ ਦਾਨ ਕਰਨਾ, ਸੰਤ ਸੇਵੀ ਹੋਣਾ ਬੜੀ ਵੱਡੀ ਸ਼ਰਧਾ ਹੈ। ਪਰ ਮਨ ਵਿੱਚ ਮਾਨ ਹੰਕਾਰ ਮੈਂ ਦੀ ਮੈਲ ਨਾ ਹੋਵੇ। ਔਰੰਗਜ਼ੇਬ ਦੀ ਹਦਾਇਤ 'ਤੇ ਰਾਜਾ ਜੈ ਸਿੰਘ 8ਵੇਂ ਪਾਤਸ਼ਾਹ ਨੂੰ ਦਿੱਲੀ ਲੈ ਗਿਆ। ਪਰ 8ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ, ਕਿਉਂਕਿ ਉਹ ਕਰਾਮਾਤ ਦੇਖਣਾ ਚਾਹੁੰਦਾ ਸੀ। ਜਦ ਪਾਤਸ਼ਾਹ ਨਾ ਮੰਨੇ ਤਾਂ ਉਸਨੇ ਰਾਜਾ ਜੈ ਸਿੰਘ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਰਾਜੇ ਨੇ ਆਪਣੀ ਰਾਣੀ ਨੂੰ ਗੋਲੀਆਂ ਦੇ ਕੱਪੜੇ ਅਤੇ ਗੋਲੀਆਂ ਨੂੰ ਰਾਣੀਆਂ ਦੇ ਕੱਪੜੇ ਪਵਾ ਦਿੱਤੇ, ਦੇਖਣ ਲਈ ਕਿ ਗੁਰੂ ਕਿਵੇਂ ਪਛਾਣ ਕਰੇਗਾ। ਗੁਰੂ ਜੀ ਘਰ ਆ ਕੇ ਸਿੱਧੇ ਰਾਣੀ ਦੀ ਗੋਦ ਵਿੱਚ ਬੈਠ ਗਏ। ਸਾਰੇ ਪਰਿਵਾਰ ਨੇ ਨਮੋਸ਼ੀ ਮੰਨੀ ਅਤੇ ਗੁਰੂ ਜੀ ਤੋਂ ਮੁਆਫੀ ਮੰਗੀ। ਸਤਿਗੁਰ ਜੀ ਦੇ ਸਰੀਰ ਛੱਡਣ ਉਪਰੰਤ ਰਾਜਾ ਜੈ ਸਿੰਘ ਨੂੰ ਬਹੁਤ ਪਛਤਾਪ ਹੋਇਆ ਕਿ ਮੈਂ ਹੀ ਇਹਨਾਂ ਦੀ ਮੌਤ ਦਾ ਕਾਰਨ ਹਾਂ, ਕਿਉਂਕਿ ਮੈਂ ਔਰੰਗਜ਼ੇਬ ਦੀ ਹਦਾਇਤ ਉੱਪਰ ਇਹਨਾਂ ਨੂੰ ਦਿੱਲੀ ਲਿਆਂਦਾ। ਮਨ ਨੂੰ ਸ਼ਾਂਤੀ ਨਾ ਆਵੇ। ਅਖੀਰ 10ਵੇਂ ਪਾਤਸ਼ਾਹ ਕੋਲ ਦਮਦਮਾ ਸਾਹਿਬ ਪਹੁੰਚ ਕੇ ਪਛਤਾਪ ਕਰਨ ਲੱਗਾ। ਉਹਨਾਂ ਬਚਨ ਕੀਤਾ, ਵਾਹਿਗੁਰੂ ਦੀ ਰਜ਼ਾ ਹੈ, ਇਹ ਇਸੇ ਤਰ੍ਹਾਂ ਹੋਣਾ ਸੀ। ਫਿਰ ਉਸ ਦੇ ਮਨ ਨੂੰ ਸ਼ਾਂਤੀ ਆਈ। ਗੁਰੂ ਸਾਹਿਬ ਨੇ ਬਾਣੀ ਦਾ ਪਾਠ ਸਰਵਣ ਕਰਨ ਦੀ ਤਾਕੀਦ ਕੀਤੀ। ਲੰਗਰ ਤਿਆਰ ਹੋਇਆ, ਭੰਡਾਰੇ ਵਰਤੇ। ਗੁਰੂਆਂ ਦੀ ਖੁਸ਼ੀ ਪ੍ਰਾਪਤ ਕਰਕੇ ਰਾਜੇ ਦੇ ਮਨ ਨੂੰ ਕੁਝ ਸ਼ਾਂਤੀ ਮਿਲੀ।
3 ਪ੍ਰਕਾਰ ਦੇ ਜਿਗਿਆਸੂ ਹੁੰਦੇ ਹਨ, ਉੱਤਮ, ਮੱਧਮ ਤੇ ਸਧਾਰਨ। ਉੱਤਮ ਜਿਗਿਆਸੂ ਉਹ ਹਨ ਜਿਨ੍ਹਾਂ ਦੇ ਉਪਦੇਸ਼ ਕੁਝ ਸਮਾਂ ਸੁਣਨ ਨਾਲ ਮਨ ਨੂੰ ਇਕਾਗਰਤਾ ਹੁੰਦੀ ਹੈ। ਦੂਸਰਾ, ਜਿਸ ਨੂੰ ਕਮਾਈ ਕਰਕੇ ਕੁਝ ਸਮਾਂ ਲੱਗਦਾ ਹੈ। ਸਧਾਰਨ ਨੂੰ ਘਾਲਣਾ ਲੰਮਾ ਸਮਾਂ ਘਾਲਣੀ ਪੈਂਦੀ ਹੈ। ਇੱਕ ਕੱਪੜਾ ਪ੍ਰੈਸ ਕਰਕੇ ਪਾਉਣ ਵਾਲਾ ਹੀ ਹੈ, ਇੱਕ ਨੂੰ ਮੈਲ ਲੱਗੀ ਹੈ, ਸਾਫ਼ ਕਰਨ ਵਾਲਾ ਹੈ, ਇੱਕ ਨੂੰ ਦਾਗ ਵੀ ਬਹੁਤ ਮੈਲੇ ਪਏ ਹੋਏ ਹਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ। ਗੁਰਸਿੱਖਾਂ ਨੇ ਸਤਿਗੁਰਾਂ ਦੀ ਵੀ ਪਰਖ ਕੀਤੀ ਹੈ। ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਮਾਈ ਦਾਸ ਨਾਮ ਵਾਲਾ ਕਮਾਈ ਵਾਲਾ ਵਿਦਵਾਨ ਆਇਆ। ਪਹਿਲਾਂ ਇਸ ਕਰਕੇ ਮੁੜ ਗਿਆ ਕਿ ਲੰਗਰ 'ਚੋਂ ਪ੍ਰਸ਼ਾਦਾ ਛਕੇ ਬਿਨਾਂ ਗੁਰੂ ਦਰਸ਼ਨ ਨਹੀਂ ਹੋ ਸਕਦਾ ਸੀ। ਇਸ ਨੇ ਨਹੀਂ ਖਾਧਾ ਕਿਉਂਕਿ ਇਹ ਵੈਸ਼ਨੋ ਸੀ, ਆਪਣੇ ਹੱਥ ਦਾ ਭੋਜਨ ਬਣਾ ਕੇ ਸੁੱਚਮ ਕਰਕੇ ਖਾਂਦਾ ਸੀ। ਲੰਗਰ ਵਿੱਚ ਇਹ ਗੱਲ ਨਹੀਂ ਹੋ ਸਕਦੀ ਸੀ, ਜਿਸ ਕਰਕੇ ਨਫ਼ਰਤ ਨਾਲ ਮੁੜ ਗਿਆ ਸੀ। ਫਿਰ ਕੁਝ ਦਿਨਾਂ ਬਾਅਦ ਭਗਵਾਨ ਕ੍ਰਿਸ਼ਨ ਦੀ ਆਵਾਜ਼ ਆਈ ਤੇ ਹੁਕਮ ਹੋਇਆ, ਮਾਈ ਦਾਸ ਤੂੰ ਗੋਇੰਦਵਾਲ ਪਹੁੰਚ, ਮੇਰਾ ਦਰਸ਼ਨ ਉੱਥੇ ਹੋਵੇਗਾ। ਮਾਈ ਦਾਸ ਗੋਇੰਦਵਾਲ ਪਹੁੰਚਿਆ। ਮਨ ਵਿੱਚ ਫੁਰਨਾ ਬਣਿਆ, ਮੈਨੂੰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਹੋਣ ਤਾਂ ਮੇਰੀ ਇੱਛਾ ਪੂਰੀ ਹੋਵੇਗੀ। ਲੰਗਰ ਛਕਣ ਉਪਰੰਤ ਜਦ ਦਰਸ਼ਨਾਂ ਲਈ ਗਿਆ ਤਾਂ ਗੁਰੂ ਅਮਰਦਾਸ ਜੀ ਨੇ ਕ੍ਰਿਸ਼ਨ ਦੇ ਰੂਪ ਵਿੱਚ ਦਰਸ਼ਨ ਦਿੱਤੇ। 10ਵੇਂ ਪਾਤਸ਼ਾਹ ਨੇ ਪਟਨੇ ਸਾਹਿਬ ਵਿੱਚ ਸ਼ਿਵਦੱਤ ਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦਿੱਤੇ। ਐਸੀ ਪ੍ਰੀਖਿਆ ਸਮੇਂ ਅਨੁਸਾਰ ਭਗਤਾਂ ਨੇ ਵੀ ਲਈ। ਜਿਸ ਨੇ ਪ੍ਰੀਖਿਆ ਲਈ ਉਸ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਏ ਵਾਲੀ ਪੰਕਤੀ ਤੇ ਫੁੱਲ ਚੜਾਏ। ਫਿਰ ਥਾਂ ਥਾਂ ਭਟਕਦੇ ਨਹੀਂ, ਸਾਰੀ ਉਮਰ ਉੱਥੇ ਹੀ ਹੁਕਮ ਅੰਦਰ ਗੁਜ਼ਾਰ ਦਿੱਤੀ। ਜਿਨ੍ਹਾਂ ਨੇ ਥਾਂ ਥਾਂ ਪ੍ਰੀਖਿਆ ਲਈ ਉਹ ਤਾਂ ਠੱਗੀਆਂ ਮਾਰਨ ਵਾਲੀ ਗੱਲ ਕਹੀ ਹੈ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੇ ਮਨ ਮਾਹੇ। ਸੰਗਲਾ ਦੀਪ ਦੀਆਂ ਹੂਰਾਂ ਤੇ ਲਾਲ ਮੋਤੀ, ਦੱਸੋ ਕਿਵੇਂ ਗੁਰੂ ਨਾਨਕ ਨੂੰ ਛਲ ਜਾਏ। ਚੁੰਬਕ ਕਦੇ ਵੀ ਕੁਤਬ ਤੋਂ ਹਿਲਦਾ ਨਾ, ਭਾਵੇਂ ਸਾਰਾ ਹਿਮਾਲਿਆ ਹਿਲ ਜਾਏ। ਜਿਸ ਦੇ ਆਸਰੇ 3 ਲੋਕ ਕਾਇਮ, ਕਿਵੇਂ ਆਪ ਉਹ ਥਾਂ ਤੋਂ ਹਲ ਜਾਏ। ਨਾਨਕ ਗੁਰੂ ਦੇ ਵਿੱਚ ਅਭੇਦ ਜਿਹੜੇ, ਦੱਸੋ ਉਹਨਾਂ ਨੂੰ ਕਿਵੇਂ ਕੋਈ ਛਲ ਜਾਏ। ਮਸਤੂਆਣੇ ਵਾਲੇ ਸੰਤਾਂ ਦੇ ਕੀਰਤਨ ਦਰਬਾਰ ਵਿੱਚ ਮਹਾਰਾਜ ਹੀਰਾ ਸਿੰਘ ਗਿਆ। ਸੰਗਤ ਵਿੱਚ ਖੜ ਗਿਆ, ਮੱਥਾ ਨਹੀਂ ਟੇਕਿਆ। ਬਾਬਾ ਜੀ ਨੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਬੈਠਾ ਨਹੀਂ, ਸਗੋਂ ਜਾਣ ਸਮੇਂ ਕਹਿ ਗਿਆ, ਤੁਹਾਡੇ ਮਗਰ ਲੋਕ ਬਹੁਤ ਹਨ, ਕਿਤੇ ਕੂਕਿਆਂ ਵਾਲੀ ਨਾ ਕਰਾ ਦਿਓ। ਇਹ ਪ੍ਰਸੰਗ ਸੰਤ ਤੇਜਾ ਸਿੰਘ ਜੀ ਦੀ ਜੀਵਨੀ ਵਿੱਚ ਲਿਖਿਆ ਹੈ। ਜੇ ਮਹਾਂਪੁਰਖ ਕੋਲ ਸਿੱਖਿਆ ਲੈਣ ਜਾਵੇ ਤਾਂ ਮਨ ਕੁਝ ਹੋਰ ਹੁੰਦਾ ਹੈ, ਜੇ ਪ੍ਰੀਖਿਆ ਲੈਣ ਜਾਵੇ ਤਾਂ ਕੁਝ ਹੋਰ ਹੁੰਦਾ ਹੈ। ਹਾਥੀ ਉੱਪਰ ਸਵਾਰ ਹੀ ਟਿੱਲਾ ਸਾਹਿਬ ਦੇ ਨੇੜੇ ਪਹੁੰਚ ਗਿਆ। ਹਜ਼ੂਰ ਬਾਬਾ ਮਹਾਂ ਹਰਨਾਮ ਸਿੰਘ ਜੀ ਆਪ ਦੀ ਕੁਟੀਆ ਵਿੱਚੋਂ ਬਾਹਰ ਆ ਕੇ ਅੱਗੋਂ ਮਿਲੇ। ਰਾਜਾ ਹੀਰਾ ਸਿੰਘ ਨੂੰ ਸ਼ੰਕਾ ਹੋ ਗਈ ਕਿ ਇਹ ਮੇਰਾ ਸਤਿਕਾਰ ਕਰਨ ਲਈ ਉੱਠੇ ਹਨ। ਇਹਨਾਂ ਨੂੰ ਕੀ ਲੋੜ ਸੀ ਮੇਰਾ ਆਦਰ ਕਰਨ ਦੀ। ਇਹ ਮਹਾਂਪੁਰਖ ਹਨ, ਇਹਨਾਂ ਵਿੱਚ ਕੁਝ ਘਾਟ ਕਮੀ ਹੋਵੇਗੀ। ਮਨ ਵਿੱਚ ਨਫ਼ਰਤ ਪੈਦਾ ਹੋਈ। ਜੋ ਪ੍ਰਸ਼ਾਦ ਮਿਸ਼ਰੀ ਤੇ ਭੇਟਾਂ ਲੈ ਕੇ ਆਇਆ ਸੀ, 5 ਸੇਰ ਮਿਸ਼ਰੀ ਤੇ 25 ਮੋਹਰਾਂ, ਕਿਸੇ ਦਾ ਕਥਨ ਹੈ 500 ਰੁਪਏ ਸਨ। ਹਾਥੀ ਤੇ ਬੈਠੇ ਨੇ ਹੀ ਬਾਬਾ ਜੀ ਵੱਲ ਚਲਾ ਕੇ ਮਾਰੀ ਤੇ ਵਾਪਸ ਮੁੜ ਚੱਲਿਆ। ਸੇਵਕ ਮਿਸ਼ਰੀ ਦੀ ਪੋਟਲੀ ਚੁੱਕ ਕੇ ਬਾਬਾ ਜੀ ਕੋਲ ਲੈ ਗਿਆ। ਦੂਸਰੀ ਪੋਟਲੀ ਪੈਸਿਆਂ ਵਾਲੀ ਬਾਅਦ ਵਿੱਚ ਲੈ ਗਿਆ। ਮਿਸ਼ਰੀ ਵਾਲੀ ਤਾਂ ਬਾਬਾ ਜੀ ਨੇ ਉਸੇ ਸਮੇਂ ਵਾਪਸ ਕਰ ਦਿੱਤੀ। ਮੋਹਰਾਂ ਵਾਲੀ ਪੋਟਲੀ ਦਾ ਵਿਆਜ ਪੈਸਿਆਂ ਵਿੱਚ ਜੋੜ ਕੇ ਉਹਨੇ ਘੰਟਿਆਂ ਦਾ ਦਿੱਤਾ, ਜਿੰਨਾ ਚਿਰ ਕੋਲ ਰੱਖੀ।
ਕਿਉਂਕਿ ਰਾਜਾ ਧਨੌਲਾ ਪਹੁੰਚ ਗਿਆ ਸੀ। ਰੁਪਇਆਂ ਵਾਲੀ ਪੋਟਲੀ ਤੇ ਵਿਆਜ ਦੇ ਕੇ ਗੁਰਦਿੱਤ ਸਿੰਘ ਸੇਮੇ ਵਾਲਾ ਤੇ ਬਖਤੌਰ ਸਿੰਘ ਭੁੱਲਰ ਨੂੰ ਹੁਕਮ ਕੀਤਾ, ਪੈਸੇ ਗਿਣ ਕੇ ਪਾ ਲਵੋ ਅਤੇ ਵਿਆਜ ਸਮੇਤ ਮੋੜ ਆਓ ਧਨੌਲੇ ਜਾ ਕੇ। ਦੋਨੋਂ ਪੈਸੇ ਲੈ ਕੇ ਧਨੌਲੇ ਪਹੁੰਚ ਗਏ। ਸਰਕਾਰੀ ਨੌਕਰ ਨੂੰ ਕਹਿ ਕੇ ਰਾਜੇ ਨੂੰ ਮਿਲੇ। ਉਸਨੇ ਪੁੱਛਿਆ, ਕਿੱਥੋਂ ਆਏ ਹੋ? ਬਾਬਾ ਜੀ ਦਾ ਵੇਰਵਾ ਪਾ ਕੇ ਉਹਨਾਂ ਕਿਹਾ, ਇਹ ਪੈਸੇ ਮੋੜਨ ਆਏ ਹਾਂ ਵਿਆਜ ਸਮੇਤ। ਰਾਜੇ ਨੇ 2 ਆਦਮੀਆਂ ਨੂੰ ਹੁਕਮ ਦਿੱਤਾ, ਗਿਣ ਕੇ ਪੈਸੇ ਵਾਪਸ ਲੈ ਲਓ। ਪੈਸਿਆਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਵਿੱਚ 1 ਰੁਪਇਆ ਘਟ ਗਿਆ। ਫਿਰ ਦੁਬਾਰਾ ਗਿਣਤੀ ਕੀਤੀ ਗਈ ਤਾਂ ਵੀ ਘਟ ਗਿਆ। ਉੱਥੋਂ ਤਾਂ ਅਸੀਂ ਪੂਰੇ ਲੈ ਕੇ ਆਏ ਹਾਂ, ਇਹ ਕਿਵੇਂ ਘਟ ਗਏ? ਇਹ ਦੋਨੋਂ ਸੋਚਾਂ ਵਿੱਚ ਪੈ ਗਏ। ਇਹ ਦੇਖ ਰਾਜੇ ਨੇ ਕਿਹਾ, ਤੁਸੀਂ ਵੀ ਝੂਠੇ, ਤੁਹਾਡਾ ਸੰਤ ਵੀ ਝੂਠਾ। ਦੋਵਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੁਛ ਵੀ ਕਹਿ ਲਓ, ਅਸੀਂ ਤੁਹਾਡੀ ਪ੍ਰਜਾ ਸਮਾਨ ਹਾਂ, ਪਰ ਸਾਡੇ ਮਹਾਂਪੁਰਖਾਂ ਬਾਰੇ ਕੋਈ ਮਾੜਾ ਲਫ਼ਜ਼ ਨਾ ਵਰਤੋ। ਬਖਤੌਰ ਸਿੰਘ ਨੇ ਕਿਹਾ, ਰਾਜਾ ਜੀ, ਟਿੱਕਾ ਸਾਹਿਬ ਦਾ ਦਰਦ ਵੀ ਇਹਨਾਂ ਦੀ ਕਿਰਪਾ ਨਾਲ ਠੀਕ ਹੋਇਆ ਸੀ। ਰਾਜੇ ਨੇ ਫਿਰ ਤਾੜਨਾ ਕੀਤੀ, ਚੁੱਪ ਕਰ ਜਾਓ, ਜੇ ਬੋਲੇ ਤਾਂ ਹੱਥ ਘੜੀਆਂ ਲਾ ਕੇ ਅੰਦਰ ਕਰ ਦਿਆਂਗਾ। ਅਖੀਰ ਉਹ ਬਾਂਸਲੀ ਰੁਪਇਆਂ ਵਾਲੀ ਝਟਕਾਈ ਤਾਂ ਰੁਪਇਆ ਨਿਕਲ ਆਇਆ। ਪੈਸੇ ਗਿਣਾ ਕੇ ਵਾਪਸ ਚਲੇ ਆਏ, ਕਿਉਂਕਿ ਉੱਥੋਂ ਕੁਝ ਵੀ ਖਾਣ ਦਾ ਹੁਕਮ ਨਹੀਂ ਸੀ। ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਤਾਂ ਹਜ਼ੂਰ ਨੇ ਬਚਨ ਕੀਤਾ, ਦੱਸੋ ਕੀ ਬੋਲਿਆ ਹੀਰਾ? ਇਹਨਾਂ ਨੇ ਸੰਕੋਚ ਕੀਤਾ। ਬਾਬਾ ਜੀ ਨੇ ਫੇਰ ਕਿਹਾ, ਦੱਸੋ ਜੋ ਬੀਤਿਆ ਉਹੀ ਦੱਸਣਾ। ਉਹਨਾਂ ਦੱਸਿਆ, ਮਹਾਰਾਜ ਉਹ ਕਹਿੰਦਾ ਤੁਸੀਂ ਝੂਠੇ, ਤੁਹਾਡਾ ਸਾਧ ਵੀ ਝੂਠਾ। ਪੈਸੇ ਘਟ ਗਏ ਸਨ, 1 ਰੁਪਇਆ ਬਾਂਸਲੀ ਵਿੱਚ ਰਹਿ ਗਿਆ ਸੀ। ਕਹਿੰਦਾ ਸੀ ਹੱਥ ਘੜੀਆਂ ਲਵਾ ਦਿਆਂਗਾ, ਪਰ ਪੈਸੇ ਪੂਰੇ ਹੋਣ ਤੇ ਸਾਨੂੰ ਛੱਡ ਦਿੱਤਾ। ਬਾਬਾ ਜੀ ਸੁਣ ਕੇ ਗੁੱਸੇ ਵਿੱਚ ਬਚਨ ਕਰਨ ਲੱਗੇ, ਹੱਥ ਘੜੀਆਂ ਵਾਲਾ ਉਸ ਦਾ ਚਾਅ ਪੂਰਾ ਨਹੀਂ ਹੋਇਆ। ਅਸੀਂ ਉਸ ਦੇ ਪੁੱਤ ਨੂੰ ਹੱਥ ਘੜੀਆਂ ਲਾਵਾਂਗੇ, ਉਹ ਸਾਡੇ ਸੇਵਕਾਂ ਨੂੰ ਲਾਉਂਦਾ ਹੈ। ਅੰਤ 3 ਵਾਰ ਬਚਨ ਕੀਤਾ, ਪੱਟ ਪਊ ਪਟਿਆਲਾ, ਨਾਭਾ ਧਾਹਾਂ ਮਾਰੂਗਾ। ਹੱਥ ਘੜੀਆਂ ਫਿਰ ਟਿੱਕਾ ਰਿਪਦਮਨ ਨੂੰ ਲੱਗੀਆਂ, ਜਲਾਵਤਨ ਕੀਤਾ। ਫਿਰ ਪੰਜਾਬ ਵਿੱਚ ਨਹੀਂ ਆਇਆ, ਬਾਹਰ ਹੀ ਅੰਤ ਹੋਇਆ। ਇਸੇ ਪਿੰਡ ਦਾ ਰੂੜ ਸਿੰਘ ਦੱਸਦਾ ਹੈ ਕਿ ਇੱਕ ਵਾਰ ਮਹਾਰਾਜ ਰਿਪਦਮਨ ਸਿੰਘ ਮਸਤੂਆਣਾ ਸਾਹਿਬ ਗਿਆ। ਮਾਇਆ ਦੇ ਢੇਰ ਦੇਖ ਕੇ ਕਹਿਣ ਲੱਗਾ, ਇਹ ਮਾਇਆ ਸਾਨੂੰ ਦੇ ਦਿਓ ਸੰਤ ਜੀ, ਤੁਸੀਂ ਕੀ ਕਰਨੀ ਹੈ, ਸਾਨੂੰ ਚਾਹੀਦੀ ਹੈ। ਸੰਤਾਂ ਨੇ ਬਚਨ ਕੀਤਾ, ਰਾਜਾ ਇਹ ਤਾਂ ਗੁਰੂ ਘਰ ਦੀ ਸੇਵਾ ਵਾਸਤੇ ਸੰਗਤ ਨੇ ਦਿੱਤੀ ਹੈ, ਤੇਰੇ ਲਈ ਨਹੀਂ ਹੈ। ਉਸਨੇ ਕਈ ਵਾਰ ਮੰਗ ਦੁਹਰਾਈ। ਜਦ ਉਹੀ ਜਵਾਬ ਮਿਲਦਾ ਰਿਹਾ ਤਾਂ ਰਿਪਦਮਨ ਬੋਲਿਆ, ਸਾਡੇ ਰਾਜ ਵਿੱਚ ਰਹਿ ਕੇ ਸਾਨੂੰ ਹੀ ਜਵਾਬ ਦਿੰਦੇ ਹੋ, ਜੇ ਅਸੀਂ ਖੋਹ ਲਈਏ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਗੜਵਈ ਨੂੰ ਹੁਕਮ ਕੀਤਾ, ਗੜਵਾ ਤੇ ਕਸ਼ਹਿਰਾ ਪਰਨਾ ਲਿਆਓ। ਇਹ ਚੀਜ਼ਾਂ ਚੁੱਕ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਤੋਂ ਚੱਲ ਕੇ ਦਮਦਮਾ ਸਾਹਿਬ ਬੁੰਗੇ ਵਾਲੀ ਜਗ੍ਹਾ ਚਲੇ ਗਏ, ਜੋ ਇਹਨਾਂ ਨੇ ਹੀ ਆਬਾਦ ਕੀਤੀ ਹੈ। ਤੁਰੰਤ ਸਮੇਂ ਬਚਨ ਕਰੇ, ਤੂੰ ਸਾਨੂੰ ਮਸਤੂਆਣੇ ਤੋਂ ਤੋਰਿਆ ਹੈ, ਅਸੀਂ ਸੇਵਾ ਕਰਨੀ ਹੈ ਹੋਰ ਥਾਂ ਕਰ ਲਵਾਂਗੇ, ਪਰ ਤੂੰ ਪੰਜਾਬ ਵਿੱਚ ਵੀ ਨਹੀਂ ਰਹੇਗਾ। ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵੰਦੇ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਸਭ ਨੇ ਇਤਿਹਾਸ ਪੜ੍ਹਿਆ ਸੁਣਿਆ ਅਤੇ ਕਿਸੇ ਨੇ ਦੇਖਿਆ ਵੀ ਹੋਏਗਾ। ਇਹ ਪ੍ਰਸੰਗ ਵੱਡਾ ਝੰਡਾ ਸਿੰਘ ਸੇਮਾ ਨੇ ਲਿਖਿਆ ਸੀ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਸਰੀਰਕ ਰੋਗ, ਮਾਨਸਿਕ ਰੋਗ ਦੋਨੋਂ ਹੀ ਸਰੀਰ ਨੂੰ ਲੱਕੜ ਨੂੰ ਲੱਗੇ ਘੁਣ ਦੇ ਸਮਾਨ ਹਨ। ਸਰੀਰਕ ਰੋਗ ਦੇ ਮਾਹਰਾਂ ਦੀਆਂ ਦਵਾਈਆਂ ਹੋਣੀ ਅੱਗੇ ਗੋਡੇ ਟੇਕ ਦਿੰਦੀਆਂ ਹਨ, ਪਰ ਇਸ ਹੋਣੀ ਨੂੰ ਅਣਹੋਣੀ ਵਿੱਚ ਬਦਲਣ ਵਾਲੇ ਵੈਦ ਦਰਗਾਹੀ ਹੁਕਮਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਅਧਿਆਤਮਕ ਸ਼ਕਤੀ ਦੇ ਪੈਗੰਬਰ ਰਹਿਮਤਾਂ ਦੀ ਖੈਰ ਦਾ ਦਾਮਨ ਕਿਰਪਾ ਦ੍ਰਿਸ਼ਟੀ ਦੀ ਇੱਕ ਝਲਕ ਨਾਲ ਭਰ ਦਿੰਦੇ ਹਨ।
ਨਿਮਰਤਾ ਸਹਿਤ ਕੀਤੀ ਬੇਨਤੀ ਉੱਪਰ ਮਹਾਂਪੁਰਖਾਂ ਦੀਆਂ ਮਿਹਰਬਾਨੀਆਂ ਭਖਦੇ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਅੰਦਰ ਸਮਾ ਕੇ ਮਿੱਠੀ ਚਾਨਣੀ ਦੇ ਮਾਲਕ ਚੰਦਰਮਾ ਦੀ ਤਰ੍ਹਾਂ ਧਰਤੀ 'ਤੇ ਖਿਲਾਰਦੀਆਂ ਹਨ। ਮਹਾਂਪੁਰਖ ਸਰੀਰਕ ਕਸ਼ਟ ਝੱਲਦੇ ਹਨ ਦੁਨੀਆਦਾਰਾਂ ਲਈ, ਉਸ ਦੀ ਜ਼ਿੰਦਗੀ ਦੇ ਕਸ਼ਟ ਨਿਵਾਰਨ ਲਈ। ਬਾਬਾ ਜੀ ਮਹਾਰਾਜ ਕਲੇਰਾਂ ਵਾਲੇ ਮਾਝੇ ਵਿੱਚ ਦੁਖੀਆਂ ਦੀਆਂ ਬੇਨਤੀਆਂ ਪ੍ਰਵਾਨ ਕਰ ਰਹੇ ਹਨ ਤਾਂ ਇੱਕ ਸਿੱਖ ਨੇ ਬੇਨਤੀ ਕੀਤੀ, ਗਰੀਬ ਨਵਾਜ਼, ਸਾਡੇ ਪਰਿਵਾਰ ਦਾ ਇੱਕ ਬੱਚਾ ਨੌਜਵਾਨ ਹੈ, ਰਾਤ ਨੂੰ ਠੀਕ ਠਾਕ ਸੁੱਤਾ ਸੀ, ਸਵੇਰੇ ਉੱਠਣ ਵੇਲੇ ਰੌਲਾ ਪਾਉਣ ਲੱਗ ਪਿਆ, ਘਰ ਤੋਂ ਬਾਹਰ ਭੱਜ ਗਿਆ, ਬਹੁਤ ਮੁਸ਼ਕਲ ਨਾਲ ਫੜਿਆ, ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਹੈ, ਕਿਰਪਾ ਕਰੋ ਬੱਚਾ ਤੰਦਰੁਸਤ ਹੋ ਜਾਏ। ਬਾਬਾ ਜੀ ਨੇ ਬੇਨਤੀ ਸੁਣਨ ਉਪਰੰਤ ਬਚਨ ਕੀਤਾ, ਇਸ ਨੂੰ ਭੁੱਚੋ ਲੈ ਜਾਓ, ਉੱਥੇ ਸਾਡੇ ਗੁਰੂ ਹਨ, ਇਸ ਦਾ ਇਲਾਜ ਉੱਥੇ ਹੋਵੇਗਾ, ਬੱਚਾ ਠੀਕ ਹੋ ਜਾਵੇਗਾ। ਪਰਿਵਾਰ ਨੇ ਬਚਨ ਮੰਨ ਕੇ ਭੁੱਚੋ ਆਉਣ ਲਈ ਤਿਆਰੀ ਕਰ ਲਈ। ਮੰਜੇ ਨਾਲ ਲੜਕੇ ਨੂੰ ਬੰਨ੍ਹ ਲਿਆ, ਮੰਜਾ ਗੱਡੇ ਵਿੱਚ ਰੱਖ ਲਿਆ, ਜ਼ਰੂਰਤ ਅਨੁਸਾਰ ਰਸਤੇ ਵਿੱਚ ਭੋਜਨ ਤਿਆਰ ਕਰਨ ਲਈ ਰਾਸ਼ਨ ਵੀ ਲੈ ਲਿਆ। ਕੁਝ ਦਿਨਾਂ ਵਿੱਚ ਲੜਕੇ ਨੂੰ ਲੈ ਕੇ ਭੁੱਚੋ ਪਹੁੰਚ ਗਏ। ਸੇਵਕ ਨੂੰ ਦੱਸ ਕੇ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਅਰਜ਼ੋਈ ਕੀਤੀ। ਅੱਗੋਂ ਸ਼ਹਿਨਸ਼ਾਹ ਪਾਤਸ਼ਾਹ ਦਾ ਹੁਕਮ ਹੋਇਆ, ਲੜਕੇ ਨੂੰ ਜੰਡ ਨਾਲ ਬੰਨ੍ਹ ਦਿਓ ਤੇ ਆਪ ਉੱਪਰ ਟਿੱਲਾ ਸਾਹਿਬ 'ਤੇ ਆ ਪਹੁੰਚੋ। ਕਲੇਰਾਂ ਵਾਲੇ ਬਾਬਾ ਜੀ ਦਾ ਬਚਨ ਦੱਸ ਕੇ ਰਹਿਮਤ ਦੀ ਭੀਖ ਮੰਗਣ ਲੱਗੇ। ਪਾਤਸ਼ਾਹ ਨੇ ਹੁਕਮ ਕੀਤਾ, ਹੇਠਾਂ ਚੱਲ ਕੇ ਦੇਖਦੇ ਹਾਂ। ਟਿੱਲੇ ਤੋਂ ਹੇਠਾਂ ਆਏ, ਨਾਲ ਹੀ ਭਾਈ ਕੇਸਰ ਸਿੰਘ, ਕੁਤਬਾ ਸਾਈਂ, ਧੰਨਾ ਭਗਤ ਅਤੇ ਲੜਕੇ ਦੇ ਪਰਿਵਾਰ ਦੇ ਬੰਦੇ ਸਨ। ਬਾਬਾ ਜੀ ਨੇ ਲੜਕੇ ਨੂੰ ਮਿਹਰ ਦੀ ਨਿਗਾਹ ਨਾਲ ਤੱਕਿਆ। ਲੜਕੇ ਨੇ ਵੀ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਾ ਜੀ ਨੇ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਰਮਜ ਦੇ ਰੂਪ 2.5 ਪੂਣੀਆਂ ਕੱਤੀਆਂ ਪੁੱਠਾ ਚਰਖਾ ਫੇਰ ਕੇ, ਕਿਉਂ ਕੇਸਰਾ ਠੀਕ ਹੈ ਨਹੀਂ ਬਈ? ਕੇਸਰ ਸਿੰਘ ਨੇ ਹੱਥ ਜੋੜ ਕੇ ਕਿਹਾ, ਠੀਕ ਹੈ ਜੀ। ਨੇੜੇ ਹੀ ਕੁਤਬਾ ਮੁਸਲਮਾਨ ਖੜਾ ਸੀ, ਇਹ ਭੁੱਚੋ ਦਾ ਰਹਿਣ ਵਾਲਾ ਸੀ, ਬਾਬਾ ਜੀ ਕੋਲ ਅਕਸਰ ਆਉਂਦਾ ਰਹਿੰਦਾ ਸੀ। ਉਹ ਬੋਲਿਆ, ਹਿੰਦੂ ਹੀ ਸਿੱਧਾ ਫੇਰਦੇ ਹਨ, ਮੁਸਲਮਾਨ ਪੁੱਠਾ ਫੇਰਦੇ ਹਨ। ਬਾਬਾ ਜੀ ਨੇ ਉਸ ਨੂੰ ਰੋਕ ਕੇ ਬਚਨ ਕੀਤਾ, ਸਾਈਂ ਲੋਕ, ਤੂੰ ਸਾਡੀ ਗੱਲ ਵਿੱਚ ਨਾ ਬੋਲ, ਤੂੰ ਕੀ ਲੈਣਾ ਇਸ ਤੋਂ? ਬਾਬਾ ਜੀ ਨੇ ਫਿਰ ਕੇਸਰ ਸਿੰਘ ਨੂੰ ਮੁਖਾਤਬ ਕਰਕੇ ਬਚਨ ਕੀਤਾ, ਕਿਉਂ ਕੇਸਰਾ ਠੀਕ ਹੈ ਭਾਈ? ਕੇਸਰ ਸਿੰਘ ਨੇ ਕਿਹਾ, ਜਿਵੇਂ ਹਜੂਰ ਦੀ ਰਜ਼ਾ ਹੈ ਠੀਕ ਹੈ। ਬਾਬਾ ਜੀ ਤੇ ਸੇਵਕ ਵਾਪਸ ਟਿੱਲਾ ਸਾਹਿਬ ਉੱਪਰ ਚਲੇ ਗਏ ਤਾਂ ਹਜੂਰ ਨੇ ਹੁਕਮ ਕੀਤਾ, ਲੜਕੇ ਨੂੰ ਖੋਲ ਲਿਆਓ। ਉਸ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਕਿਹਾ, ਮਹਾਰਾਜ ਉਹ ਭੱਜ ਜਾਏਗਾ। ਬਾਬਾ ਜੀ ਨੇ ਬਚਨ ਕੀਤਾ, ਭੱਜੇਗਾ ਨਹੀਂ, ਖੋਲ ਦਿਓ। ਉਹਨਾਂ ਜਾ ਕੇ ਲੜਕੇ ਨੂੰ ਖੋਲ ਦਿੱਤਾ। ਲੜਕਾ ਪਰਿਵਾਰ ਦੇ ਨਾਲ ਹੀ ਟਿੱਲਾ ਸਾਹਿਬ ਉੱਪਰ ਚੜ੍ਹ ਗਿਆ, ਮੱਥਾ ਟੇਕ ਕੇ ਬੈਠ ਗਿਆ। ਹਜੂਰ ਨੇ ਹੁਕਮ ਕੀਤਾ, ਇਸ ਨੂੰ ਜਲ ਛਕਾਓ। ਉਸ ਨੇ ਜਲ ਛਕ ਲਿਆ। ਇਸ ਉਪਰੰਤ ਬਾਬਾ ਜੀ ਨੇ ਪੁੱਛਿਆ, ਤੈਨੂੰ ਕੀ ਹੋਇਆ ਸੀ? ਉਸ ਦਾ ਉੱਤਰ ਸੀ, ਮੈਂ ਸਵੇਰ ਵੇਲੇ ਖੇਤ ਵਿੱਚ ਕੰਮ ਕਰਨ ਗਿਆ ਸੀ, ਰਾਤ ਘਰ ਆ ਕੇ ਸੁੱਤੇ ਪਏ ਨੂੰ ਹੀ ਪਤਾ ਨਹੀਂ ਕੀ ਹੋਇਆ, ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਉਸ ਤੋਂ ਬਾਅਦ ਤਾਂ ਹੁਣ ਹੀ ਸੋਝੀ ਆਈ ਹੈ। ਬੇਨਤੀ ਸੁਣ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਦੂਰ ਤੋਂ ਆਏ ਹੋ, ਆਰਾਮ ਕਰੋ। 5-7 ਦਿਨ ਤੁਹਾਨੂੰ ਇੱਥੇ ਰਹਿਣਾ ਪਵੇਗਾ। 5 ਕੁ ਦਿਨ ਪਰਿਵਾਰ ਇੱਥੇ ਰਿਹਾ। ਜਿਹੋ ਜਿਹੀ ਸੇਵਾ ਹੋਈ ਕਰ ਲਈ। ਆਗਿਆ ਮੰਗਣ ਲੱਗੇ। ਹਜੂਰ ਨੇ ਹੁਕਮ ਕੀਤਾ, ਕੱਲ੍ਹ ਨੂੰ ਮਿਲੇਗੀ। ਅਗਲੇ ਦਿਨ ਮੁੰਸ਼ੀ ਨੂੰ ਬੁਲਾ ਕੇ ਬਾਬਾ ਜੀ ਨੇ ਹੁਕਮ ਕੀਤਾ, ਮੁੰਸ਼ੀ, ਇਹਨਾਂ ਦੇ ਪਰਿਵਾਰ ਦਾ ਆਉਣ ਜਾਣ ਦਾ ਖਰਚਾ ਜੋੜ ਕੇ ਦੱਸ ਕਿੰਨਾ ਹੈ। ਮੁੰਸ਼ੀ ਜੀ ਨੇ ਸਾਰਾ ਹਿਸਾਬ ਦੱਸ ਦਿੱਤਾ। ਤੋਰਨ ਸਮੇਂ ਪਰਿਵਾਰ ਨੂੰ ਇਸ ਹਿਸਾਬ ਵਿੱਚ
30 ਰੁਪਏ ਹੋਰ ਪਾ ਕੇ ਦੇਣ ਲੱਗੇ। ਉਹਨਾਂ ਬੇਨਤੀ ਕੀਤੀ, ਮਹਾਰਾਜ ਸਾਡਾ ਲੜਕਾ ਠੀਕ ਹੋਇਆ, ਸੇਵਾ ਅਸੀਂ ਕਰਨੀ ਸੀ, ਤੁਸੀਂ ਸਾਨੂੰ ਪੈਸੇ ਦੇ ਰਹੇ ਹੋ। ਬਾਬਾ ਜੀ ਨੇ 1-2 ਵਾਰ ਕਿਹਾ, ਉਹ ਮੰਨੇ ਨਹੀਂ। ਤਾਂ ਬਾਬਾ ਜੀ ਨੇ ਬਚਨ ਕੀਤਾ, ਚੰਗਾ ਫਿਰ ਆਪਣਾ ਪੀਰ ਨਾਲ ਹੀ ਲੈ ਜਾਓ। ਨੇੜੇ ਬੈਠੇ ਸੇਵਕਾਂ ਨੇ ਕਿਹਾ, ਬਚਨ ਨਹੀਂ ਮੋੜੀਦਾ, ਪੈਸੇ ਲੈ ਲਵੋ। ਉਹਨਾਂ ਡਰਦਿਆਂ ਪੈਸੇ ਲੈ ਲਏ ਕਿ ਕਿਤੇ ਮੁੰਡਾ ਫਿਰ ਨਾ ਬਿਮਾਰ ਹੋ ਜਾਏ, ਪਰ ਮਨ ਵਿੱਚ ਹੈਰਾਨ ਸਨ। ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਇਹ ਪ੍ਰਸੰਗ ਜੋਗਿੰਦਰ ਸਿੰਘ ਢਿੱਲੋਂ ਦੀ ਜ਼ੁਬਾਨੀ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।